सोडी प्रोडक्शन दा धार्मिक उपराला। सतनाम श्री वाहिगुरु साहिब जी। नस वंजो किल विखो करता घर आया। दूत दहन पया गोविंद प्रगटाया। मन चाओ पया प्रभ आगम सुनिया। हर मंगल गाओ सखी गृह मंदिर बनिया। परम सन्मान सत्कार जोग चवर छतर तख्त दे मालक सतगुरु साहिब श्री गुरु ग्रंथ साहिब जी दी पावन पवित्र हजूरी दे अंदर शहीदां दे सिरताज शांति दे सोमे बाणी के बोहित सतगुरु धन गुरु अर्जन देव महाराज सच्चे पातशाह जी ਅਤੇ ਸਤਿਕਾਰਯੋਗ ਮਾਤਾ ਗੰਗਾ ਜੀ ਤਿੰਨਾਂ ਦੇ ਵਿਆਹ ਪੁਰਬ ਦੀ ਖੁਸ਼ੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਗੁਰਮਤਿ ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲੋਂ ਸਰਬੱਤ ਸੰਗਤ बड़ी भावना सहित सतगुरु श्री गुरु ग्रंथ साहिब जी नूं सीस झुकाओ। सत्कार सहित बुलाई गुरु की फतेह प्रवान करो। गज के आखो जी वाहिगुरु जी का खालसा वाहिगुरु जी की फतेह। अज असीं उस पवित्र दिहाड़े दे संबंध अंदर सतगुरु श्री गुरु ग्रंथ साहिब जी की पवित्र हजूरी दे विच एकत्र होए हैं। धन गुरु गुरु अर्जन देव महाराज सच्चे पातशाह जी श्री अमृतसर साहिब जी की पवित्र धरती तो तुरे मिथे हुए कारजां दे मुताबिक इस स्थान दे उपर अपने चरण पाए। इतिहास दे विच बचन लिखिया मिलता है कि उस विआह पुरब दे दरम्यान सत्कारयोग माता गंगा जी तिन्हां दे भैन जी जिन्हां दा नाम बीबी हरह करके साडे इतिहास दे विच आउंदा है उन्होंने धन गुरु गुरु अर्जन देव महाराज सच्चे पातशाह जी के पावन पवित्र चरणों के विच बेनती की। महाराज अज तक संसारिक रवायतों के मुताबिक जेड़ा भी कोई लाड़ा बन करके अपने परिवार दे विच सहुरे परिवार दे विच जांदा है ਤਾਂ ਇਕੱਤਰ ਹੋ ਕਰਕੇ ਲਾੜੀ ਦੀਆਂ ਜਿੰਨੀਆਂ ਵੀ ਭੈਣਾਂ ਹੁੰਦੀਆਂ ਹਨ ਉਹਨਾਂ ਨੂੰ सतगुरु गुरु अर्जन देव महाराज साहब जी नूं कहन लगियां कि कोई छंद सुनाए जाते हैं जां कोई घोड़ियां इसे प्रकार जां कोई गौण सुनाए जाते, कृपा करके तुसीं भी सानू सुनाउणा करो
ਜਿਸ ਦੇ ਨਾਲ ਇਹ ਜਿਹੜੀ ਮਰਿਆਦਾ ਜਾਂ ਇਹ ਜਿਹੜੀ ਸੰਸਾਰਿਕ ਰੀਤ ਹੈ ਇਹ ਪੂਰੀ ਹੋ ਜਾਵੇ। ਇੱਕ ਗੱਲ ਗੁਰਸਿੱਖੋ ਯਾਦ ਰੱਖਿਓ, ਦੁਨੀਆ ਦੇ ਵਿੱਚ ਆਦਿ ਕਾਲ ਤੋਂ ਹੀ ਇਹ ਜਿਹੜੇ ਵਿਆਹ ਹਨ ਇਹ ਹੁੰਦੇ ਆਏ ਹਨ। ਵੱਖੋ ਵੱਖਰੇ ਧਰਮਾਂ ਦੀਆਂ ਵੱਖੋ ਵੱਖਰੀਆਂ ਮਰਿਆਦਾਵਾਂ ਇਹਨਾਂ ਵਿਆਹਾਂ ਦੀਆਂ ਬੱਝੀਆਂ ਹਨ। ਕੋਈ 7 ਫੇਰੇ ਲੈ ਕਰਕੇ ਕਹਿੰਦਾ ਹੈ ਇਹ ਸਾਡਾ ਵਿਆਹ ਪੁਰਬ ਸੰਪੰਨ ਹੋਇਆ। ਕੋਈ ਇਸੇ ਤਰੀਕੇ ਦੇ ਨਾਲ ਆਪਣੇ ਧਰਮ ਇਸ ਦੇ ਅੱਗੇ ਖਲੋ ਕਰਕੇ 3 ਵਾਰ ਜ਼ੁਬਾਨ ਤੋਂ ਕਬੂਲ ਸ਼ਬਦ ਕਹਿੰਦਾ ਹੈ ਤੇ ਉਹ ਕਹਿੰਦਾ ਹੈ ਸਾਡਾ ਨਿਕਾਹ ਹੋ ਗਿਆ। ਪਰ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਜਾਂ ਸਾਡੇ ਧਰਮ ਦੀ ਰਹੁ ਰੀਤੀ ਧਰਮ ਦੀ ਮਰਿਆਦਾ ਦੇ ਅਨੁਸਾਰ ਜਿਹੜੀ ਵਿਆਹ ਪੁਰਬ ਦੀ ਮਰਿਆਦਾ ਹੈ ਨਾ ਉਹ ਸੰਸਾਰ ਦੇ ਵਿੱਚੋਂ ਇੱਕ ਨਵੇਕਲੀ ਮਰਿਆਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਉੱਪਰ ਗੁਰੂ ਕੇ ਸਿੱਖ ਆਏ। ਕਿਆ ਮਹਾਰਾਜ ਸਾਡਾ ਪਰਿਵਾਰ ਦੇ ਵਿੱਚ ਆਨੰਦ ਕਾਰਜ ਹੋ ਰਿਹਾ ਹੈ, ਦੁਨਿਆਵੀ ਮਰਿਆਦਾ ਦੇ ਮੁਤਾਬਕ ਦੁਨਿਆਵੀ ਰੀਤੀ ਦੇ ਮੁਤਾਬਕ ਉੱਥੇ ਜਿਹੜੇ ਆਣ ਕੇ ਦੁਨੀਆ ਦੇ ਲੋਕ ਘੋੜੀਆਂ ਗਾ ਰਹੇ ਹਨ, ਔਰਤਾਂ ਆਪ ਕਿਰਪਾ ਕਰੋ ਰਹਿਮਤ ਕਰੋ। ਇਹਨਾਂ ਰੀਤੀ ਰਿਵਾਜਾਂ ਦਾ ਖੰਡਨ ਕਰਦਿਆਂ ਹੋਇਆਂ ਇਹਨਾਂ ਰੀਤੀ ਰਿਵਾਜਾਂ ਨੂੰ ਗੁਰਮਰਿਆਦਾ ਦੇ ਮੁਤਾਬਕ ਢਾਲੋ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ। ਸਾਡੇ ਇਤਿਹਾਸ ਦੇ ਵਿੱਚ ਬਚਨ ਲਿਖਿਆ ਮਿਲਦਾ ਹੈ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਵਡਹੰਸ ਰਾਗ ਦੇ ਵਿੱਚ ਆਪਣੀ ਪਾਵਨ ਮੁਬਾਰਕ ਰਸਨਾ ਤੋਂ ਸ਼ਬਦ ਉਚਾਰਿਆ, ਜਿਸ ਦੀ ਪ੍ਰਾਰੰਭਤਾ ਹੁੰਦੀ ਹੈ ਦੇ ਤੇਜਨ ਜੀ ਰਾਮ ਉਪਾਈਆ ਰਾਮ, ਧਨ ਮਾਨਸ ਜਨਮ ਪੁੰਨ ਵੱਡ ਪਾਈਆ ਰਾਮ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਮੁੱਚਾ ਵਿਆਹ ਵਾਲਾ ਪਰਿਵਾਰ ਬੈਠਾ ਹੈ ਔਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ, ਉਹ ਦੁਨੀਆ ਦੇ ਭਲੇ ਲੋਕੋ, ਜ਼ੁਬਾਨ ਦੇ ਵਿੱਚੋਂ ਕੌੜੇ ਕੁਸੈਲੇ ਭੈਲੇ ਉਹ ਬੋਲ ਜਿਹੜੇ ਸੱਭਿਅਕ ਤੌਰ ਤੇ ਵੀ ਸ਼ੋਭਾ ਨਹੀਂ ਪਾਉਂਦੇ, ਤੁਸੀਂ ਗੁਰਮਤਿ ਦੇ ਧਾਰਨੀ ਹੁੰਦਿਆਂ ਹੋਇਆਂ ਉਹ ਬੋਲਦੇ ਹੋ। ਇਹ ਜਨਮ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੋਇਆ ਹੈ। ਉਹ ਬੋਲ ਆਪਣੀ ਰਸਨਾ ਤੋਂ ਬੋਲੋ ਜਿਨ੍ਹਾਂ ਦੇ ਨਾਲ ਇਹ ਜਿਹੜੀ ਰਸਨਾ ਹੈ ਰੱਬ ਦੀ ਦਰਗਾਹ ਦੇ ਵਿੱਚ ਸ਼ੋਭਾ ਵਾਲੀ ਬਣ ਜਾਵੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੀ ਮਾਈ ਹਰਹਾ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਜਿਹੜੇ ਕੌਤਕ ਨਿਆਰੇ ਔਰ ਨਰਾਲੇ ਹਨ ਸੰਸਾਰ ਦੇ ਵਿੱਚ, ਸਾਡੇ ਪਿੰਡ ਦੇ ਲੋਕਾਂ ਨੇ ਤੁਹਾਨੂੰ ਮਖੌਲ ਕਰਨਾ ਚਾਹਿਆ। ਕਰੀਰ ਦਾ ਦਰਖਤ ਵੱਢ ਕੇ ਉਸ ਦਾ ਕਿੱਲਾ ਬਣਾ ਕੇ ਤੁਹਾਨੂੰ ਕਿਹਾ ਜੀ ਸਾਡੇ ਪਿੰਡ ਦਾ ਰੀਤੀ ਰਿਵਾਜ ਹੈ, ਇਹ ਪਹਿਲੋਂ ਕਿੱਲਾ ਪੁੱਟੋ ਤਾਂ ਤੁਹਾਡਾ ਜਿਹੜਾ ਵਿਆਹ ਪੁਰਬ ਹੈ ਇਸ ਤੋਂ ਅੱਗੇ ਸੰਪੰਨ ਕੀਤਾ ਜਾਵੇਗਾ, ਪੂਰਾ ਕੀਤਾ ਜਾਵੇਗਾ। ਆਪ ਜੀ ਘੋੜੇ ਦੇ ਉੱਪਰ ਬੈਠ ਕਰਕੇ ਹੱਥ ਦੇ ਵਿੱਚ ਨੇਜਾ ਲੈ ਕਰਕੇ ਉਸ ਕਰੀਰ ਦਾ ਜਿਹੜਾ ਦਰਖਤ ਸੀ ਉਸ ਨੂੰ ਜੜਾਂ ਦੇ ਸਮੇਤ ਪੁੱਟਿਆ, ਭਾਵੇਂ ਤੁਹਾਡੇ ਅਸਵਾਰੀ ਕਰਨ ਵਾਲਾ ਜਿਹੜਾ ਘੋੜਾ ਸੀ ਉਹ ਪ੍ਰਾਣ ਤਿਆਗ ਗਿਆ। ਫਿਰ ਸਤਿਗੁਰੂ ਸਾਹਿਬ ਜੀ ਨੇ ਪਵਿੱਤਰ ਰਸਨਾ ਦੇ ਦੁਆਰਾ ਇਹ ਬੋਲ ਕਹਿਣ ਲੱਗੇ, ਮਾਹੂ ਨਗਰ ਵਾਲਿਓ, ਤੁਸੀਂ ਕਰੀੜ ਦੀਆਂ ਜੜਾਂ ਨਹੀਂ ਆਪਣੇ ਨਗਰ ਦੀਆਂ ਜੜਾਂ ਪਟਵਾ ਲਈਆਂ। ਫਿਰ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਤਾਂ ਫਿਰ ਤੁਸੀਂ ਇਹ ਬਚਨ ਕਹਿਤਾ ਵੀ ਇੱਕ ਵਾਰ ਤੇ ਇਹ ਨਗਰ ਉਜੜੇਗਾ ਪਰ ਫਿਰ ਦੁਬਾਰਾ ਮੁੜ ਵਸ ਜਾਵੇਗਾ। ਆਪ ਜੀ ਦੇ ਕੌਤਕਾਂ ਨੂੰ ਆਪ ਹੀ ਜਾਣਨ ਹਾਰੇ ਹੋ, ਤੁਹਾਡੇ ਕੌਤਕਾਂ ਨੂੰ ਸੰਸਾਰ ਦੇ ਵਿੱਚ ਕੋਈ ਨਹੀਂ ਜਾਣ ਸਕਦਾ। ਮੈਂ ਮਾਤਾ ਗੰਗਾ ਜੀ ਦੀ ਭੈਣ ਹਾਂ, ਕਿਰਪਾ ਕਰਕੇ ਮੈਨੂੰ ਵੀ ਉਪਦੇਸ਼ ਦਿਓ ਜਿਸ ਦੇ ਨਾਲ ਮੇਰੇ ਜੀਵਨ ਦੀ ਭਲਾਈ ਹੋ ਸਕੇ। ਜੋ ਇਤਿਹਾਸ ਦੇ ਵਿੱਚ ਬਚਨ ਲਿਖਿਆ ਮਿਲਦਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਇੱਕ ਬਾਣੀ ਹੈ ਜਿਹੜੀ ਬਾਣੀ ਫੁਣਹੇ ਦੇ ਸਰਲੇਖ ਹੇਠ ਹੈ।
इस सरलेख हेठां बाणी दे विच जे मैं पौड़ियां कवां ते गलत होवेगा, क्योंकि इस दी जेड़ी चाल है ना वो अड़िल छंद दी है। अड़िल छंद की चाल दे विच धन गुरु अर्जन देव महाराज सच्चे पातशाह जी ने अपनी पवित्र रसना के द्वारा जेड़े 23 छंद हैं वो पवित्र रसना के द्वारा उचारे हैं। उन्हां सारे छंदां दे विचों एक छंद जो अजोके समय के उपर जिस दा उपदेश, जिस दा संदेश और ये कह लवां जेड़ा साडे जीवन के वास्ते दिशा निर्देशक है, उसकी विचार करके उस तो बाद समाप्ति कर देनी है। पवित्र शब्द की प्रारंभता हुंदी है, सखी काजल हार तंबोल सबे किश साजिया, 16 किए सिंगार के अंजन पांजिया। आप विद्वान बैठे हो, गुरमुख बैठे हो, आदि काल तो जेड़ी औरत है अपने शरीर के ऊपर 16 श्रृंगार करती सी। वो श्रृंगार जेड़े अज आपां हार श्रृंगार पाने आ, इन्हां तो बाहरी सी, जिन्हां दे विच ये कह लवां भी अपने शरीर नूं सुहापण दिखाउण दे वास्ते, अपने सीन नूं सोहना दिखाउण दे वास्ते वो जेड़े श्रृंगार सन सारे शरीर के उपर कीते जांदे सी। धन गुरु अर्जन देव महाराज सच्चे पातशाह जी कहन लगे, हे हरहां, एक औरत होवे, उस औरत ने शरीर के उपर 16 श्रृंगार भी किए होण, मुख दे विच तंबोला भी चब रही होवे, अखां दे विच कज्जल भी पाया होवे, इवें दे 16 श्रृंगार शरीर के उपर करके 16 श्रृंगार करके जेकर उसका पति ना ना आवे, उसके कीते हुए जेडे श्रृंगार हैं ओहो ही उसनूं वड वड खांदे हैं। इवें सतपुरखा महापुरखा ने इन्हां पवित्र शब्दों के अंतरीव अर्थ पढ़ाए, जिस दे विच बचन लिखिया मिलता है, गुरु के सिखो बेशक बहरूनी तौर पर मनुख शरीर के उपर जितने हार श्रृंगार मर्जी कर लवे, बहरूनी तौर पर जे कोई धर्मी मनुख है वो अपने शरीर के उपर धर्म का पहरावा भी पा दे, पर जिन्ना चिर तक अपना मन उस वाहिगुरु परमात्मा के चरणों के नाल भिजिया नहीं ना, वो बाहरी तौर पर किए हुए हार श्रृंगार धर्म की दुनिया के विच कोई मायने नहीं रखते। धन गुरु गोबिंद सिंह महाराज सच्चे पातशाह जी ने अपनी पवित्र रसना के द्वारा श्री दसम ग्रंथ साहिब जी की बाणी के विच एक पंक्ति उचारी है। महाराज सच्चे पातशाह जी कहन लगे, भेख दिखाए जगत को लोगन को बस कीन, अंत काल काती कट्यो बास नरक मोली। शरीर के उपर भेस धर्मी बना लिया, लिबास तो धर्म वाला बना लिया है, पर जीवन दे विच धर्म नहीं है। धन गुरु गोबिंद सिंह महाराज सच्चे पातशाह जी कहते, अंत वेले नूं जदों उसकी साह रग जमा रूपी दातरी ने कटी, बिना टिकट तो सीधा वासा उसका नरकां दे विच होवेगा। इस वास्ते असी धन गुरु अर्जन देव महाराज सच्चे पातशाह जी के पवित्र विआह पुरब के उपर जुड़े हुए हैं। सतगुरु गुरु अर्जन देव महाराज सच्चे पातशाह जी ने जो उपदेश दिता, जो उस उपदेश नूं असी अपने सारे जीवन दे विच कमा लईए ते साडे जीवन का भला हो जाएगा। धन सतगुरु गुरु अर्जन देव महाराज सच्चे पातशाह जी ने यह वचन किया। सतगुरु जी कहन लगे, बहरूनी तौर पर मनुख अपने आप नूं धर्मी सिद्ध करन दा यतन करदा है कि मैं इस दे नालों बड़ा धर्मी हाँ, मैं इस दे नालों बड़ा धर्मी हाँ। गुरु की पवित्र बाणी के विच एक वचन है, सतगुरु गुरु गोबिंद सिंह साहब जी कहते, घर घर होए बहेंगे रामा, तेन ते सरत न को कम। गुरु ग्रंथ साहब जी की पवित्र बाणी पढ़ो। महाराज सच्चे पातशाह जी कहते, इस संसार दे विच अपने आप नूं घट कोई भी नहीं कहाउंदा। सारे कहते हैं रब मेरे नेड़े है,
ਦੂਸਰੇ ਨੂੰ ਪੁੱਛਿਓ ਨਹੀਂ ਉਹ ਝੂਠ ਮਾਰਦਾ ਉਸ ਦੇ ਨਾਲੋਂ ਰੱਬ ਮੇਰੇ ਨੇੜੇ ਵਸ ਰਿਹਾ। ਸਤਿਗੁਰੂ ਕਹਿੰਦੇ ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ। ਪਰ ਅਸਲੀਅਤ ਇਹ ਹੈ ਗੁਰਸਿੱਖੋ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਭਗਤ ਕਬੀਰ ਜੀ ਦਾ ਬਚਨ ਹੈ, ਸਹਿ ਕੀ ਸਾਰ ਸੁਹਾਗਨ ਜਾਣੈ, ਤਜ ਅਭਿਮਾਨ ਸੁਖ ਰਲਿਆ ਮਨ। ਜਿਵੇਂ ਇੱਕ ਸੁਹਾਗਨ ਔਰਤ ਹੁੰਦੀ ਹੈ, ਉਹ ਆਪਣੇ ਜੀਵਨ ਦੇ ਵਿੱਚ ਆਪਣੇ ਪਤੀ ਦੀ ਕਦਰ ਜਾਣਦੀ ਹੈ ਵੀ ਮੇਰੇ ਜੀਵਨ ਦੇ ਵਿੱਚ ਮੇਰੇ ਪਤੀ ਦੀ ਕਦਰ ਕੀ ਹੈ। ਦੁਨੀਆ ਦੇ ਸਾਰੇ ਸੁੱਖ, ਜੀਵਨ ਦਾ ਸਾਰਾ ਸੁਹੱਪਣ ਦਾ ਹੰਕਾਰ ਛੱਡ ਕੇ ਕੇਵਲ ਤੇ ਕੇਵਲ ਉਹ ਆਪਣੀ ਪਤੀ ਦੀ ਆਗਿਆ ਦੇ ਵਿੱਚ ਰਹਿ ਕਰਕੇ ਜੀਵਨ ਦੇ ਵਿੱਚ ਆਨੰਦ ਸੁੱਖ ਮਾਣਦੀ ਹੈ। ਐਵੇਂ ਧਰਮ ਦੀ ਦੁਨੀਆ ਦੇ ਵਿੱਚ ਗੁਰਸਿੱਖੋ ਜਿੰਨੇ ਅਸੀਂ ਸਾਰੇ ਹਨ, ਜੇ ਧਿਆਨ ਦੇ ਨਾਲ ਗੁਰੂ ਕੀ ਪਵਿੱਤਰ ਬਾਣੀ ਨੂੰ ਪੜ੍ਹੋ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਬਚਨ ਕਿਹਾ ਹੈ, 12 ਮਾਹ ਦੀ ਪਵਿੱਤਰ ਬਾਣੀ ਸੌਣ ਦੇ ਮਹੀਨੇ ਦੁਆਰਾ ਸਾਹਿਬ ਕਹਿਣ ਲੱਗੇ, ਸਾਵਨ ਸਰਸੀ ਕਾਮਨੀ ਚਰਨ ਕਮਲ ਸੰਗ ਪਿਆਰ, ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ, ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰ, ਹਰ ਅੰਮ੍ਰਿਤ ਬੂੰਦ ਸੁਹਾਵਨੀ ਮਿਲ ਸਾਧੂ ਪੀਵਨ ਹਾਰ। ਜਿਵੇਂ ਜਿਹੜੀ ਪਤੀ ਬ੍ਰਤਾ ਧਰਮ ਵਾਲੀ ਔਰਤ ਹੈ, ਉਸ ਨੂੰ ਸਵਾਏ ਪਤੀ ਤੋਂ ਹੋਰ ਸੰਸਾਰ ਦੇ ਵਿੱਚ ਕੁਝ ਵੀ ਚੰਗਾ ਨਹੀਂ ਲੱਗਦਾ। ਗੁਰਬਾਣੀ ਦਾ ਪਵਿੱਤਰ ਬਚਨ ਹੈ, ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੂਖ ਵਿਹਾਰ। ਇੱਕ ਪਤੀ ਬ੍ਰਤਾ ਧਰਮ ਵਾਲੀ ਔਰਤ ਦੇ ਵਾਸਤੇ ਚਾਹੇ ਰੁੱਖਾ ਭੋਜਨ ਹੋਵੇ, ਧਰਤੀ ਦੇ ਉੱਪਰ ਸੌਣਾ ਤਾਂ ਕਬੂਲ ਕਰ ਲੈਂਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ ਆਪਣੇ ਪਤੀ ਦੇ ਨਾਲ ਉਹਨੂੰ ਪਤਾ ਹੈ ਮੇਰਾ ਸਿਰ ਦਾ ਸਾਈਂ ਮੇਰੇ ਕੋਲ ਹੈ, ਜਿਸ ਦੇ ਆਸਰੇ ਮੈਨੂੰ ਸਾਰੇ ਸੁੱਖ ਸੰਸਾਰ ਦੇ ਪ੍ਰਾਪਤ ਹੋਣੇ। ਐਵੇਂ ਗੁਰਸਿੱਖੋ ਧਰਮ ਦੀ ਦੁਨੀਆ ਦੇ ਵਿੱਚ ਜਿਸ ਗੁਰੂ ਕੇ ਸਿੱਖ ਦੇ ਜੀਵਨ ਦੇ ਵਿੱਚ ਗੁਰੂ ਦਾ ਆਸਰਾ ਹੈ ਨਾ, ਉਹਨੂੰ ਸੰਸਾਰ ਦੇ ਵਿੱਚ ਸਾਰੇ ਸੁੱਖ ਹਨ। ਤੇ ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ, ਭਾਦੋਏ ਭਰਮ ਭੁਲਾਨੀਆਂ ਦੂਜੈ ਲੱਗਾ ਹੇਤ, ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ। ਜਿਵੇਂ ਇੱਕ ਔਰਤ ਐਵੇਂ ਕਹਿ ਲਵਾਂ ਦੁਹਾਗਣ ਹੋਵੇ, ਚੰਗੇ ਜੀਵਨ ਦੇ ਵਿੱਚ ਕਰਮ ਨਾ ਹੋਣ, ਸਰੀਰ ਦੇ ਉੱਪਰ ਜਿੰਨੇ ਮਰਜ਼ੀ ਹਾਰ ਸ਼ਿੰਗਾਰ ਕਰ ਰਵੇ, ਪਿੰਡ ਦੇ ਵਿੱਚੋਂ ਤੁਰਦੀ ਹੋਵੇਗੀ ਤੇ ਲੱਖਾਂ ਉਂਗਲਾਂ ਉਸ ਦੇ ਵੱਲ ਹੋਣਗੀਆਂ ਵੀ ਇਹ ਔਰਤ ਦੇ ਕਰਮ ਚੰਗੇ ਨੇ। ਕਿਉਂਕਿ ਗੁਰਬਾਣੀ ਦੇ ਵਿੱਚ ਕੁਚੱਜੀ ਦੇ ਲੱਛਣ ਵੀ ਦੱਸੇ, ਗੁਰਬਾਣੀ ਦੇ ਵਿੱਚ ਸੁਚੱਜੀ ਔਰਤ ਦੇ ਲੱਛਣ ਵੀ ਦੱਸੇ, ਔਰ ਗੁਰਬਾਣੀ ਦੇ ਵਿੱਚ ਗੁਣਵੰਤੀ ਔਰਤ ਦੇ ਵੀ ਲੱਛਣ ਦੱਸੇ। ਗੁਰਬਾਣੀ ਦੇ ਮੁਤਾਬਕ ਲਾ ਲਈਏ, ਜਿਹੜੀ ਔਰਤ ਕੁਚੱਜੀ ਹੈ, ਸਰੀਰ ਦੇ ਉੱਪਰ ਲੱਖਾਂ ਹਾਰ ਸ਼ਿੰਗਾਰ ਕਰ ਲਵੇ, ਪਰ ਸੰਸਾਰ ਦੇ ਵਿੱਚ ਉਹ ਔਰਤ ਕਦੀ ਵੀ ਸ਼ੋਭਾ ਨਹੀਂ ਪਾਉਂਦੀ। ਜਿਹੜੀ ਸੁਚੱਜੀ ਔਰਤ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਬੇਸ਼ੱਕ ਸਰੀਰ ਦੇ ਉੱਪਰ ਸਾਦਾ ਲਿਬਾਸ ਪਾਇਨਿਆ ਹੋਵੇ, ਪਰ ਸੰਸਾਰ ਦੇ ਵਿੱਚ ਉਸ ਦੀ ਸ਼ੋਭਾ ਵਡਿਆਈ ਹੁੰਦੀ ਹੈ। ਐਵੇਂ ਗੁਰੂ ਕਾ ਸਿੱਖ ਜਿਹੜਾ ਤਾਂ ਆਪਣੇ ਸਤਿਗੁਰੂ ਦੇ ਨਾਲ ਜੁੜਿਆ ਹੋਇਆ ਹੈ, ਸਰੀਰ ਦੇ ਉੱਪਰ ਲਿਬਾਸ ਕੋਈ ਨਹੀਂ, ਚਾਹੇ ਕੋਈ ਮੈਲਾ ਕੁਚੈਲਾ ਵੇਸ ਸਰੀਰ ਦੇ ਉੱਪਰ ਧਾਰਨ ਕੀਤਾ ਹੈ, ਉਹ ਤਾਂ ਵੀ ਗੁਰੂ ਨੂੰ ਪਾਉਂਦਾ ਹੈ। ਪਰ ਜੇ ਸਰੀਰ ਦੇ ਉੱਪਰ ਕੇਵਲ ਤੇ ਕੇਵਲ ਸ਼ਿੰਗਾਰ ਹੀ ਹੈ, ਗੁਰੂ ਦਾ ਬਚਨ ਜੀਵਨ ਦੇ ਵਿੱਚ ਨਹੀਂ, ਤਾਂ ਉਹ ਸੰਸਾਰ ਦੇ ਵਿੱਚ ਸ਼ੋਭਾ ਨਹੀਂ ਪਾਉਂਦਾ। ਇਸ ਵਾਸਤੇ ਗੁਰਸਿੱਖੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਉਪਦੇਸ਼ ਇਹ ਦਿੱਤਾ ਕਿ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ। ਸਿੱਖਾ ਗੁਰੂ ਦਾ ਉਪਦੇਸ਼ ਸੁਣਿਆ ਕਰ, ਉਸ ਨੂੰ ਸੁਣ ਕੇ ਜੀਵਨ ਦੇ ਵਿੱਚ ਕਮਾ, ਜਿਸ ਦੇ ਨਾਲ ਤੇਰੇ ਜੀਵਨ ਦਾ ਭਲਾ ਹੋ ਜਾਵੇਗਾ, ਤੇਰਾ ਲੋਕ ਤੇ ਪਰਲੋਕ ਸਫਲਾ ਹੋ ਜਾਵੇਗਾ। ਮਹਾਰਾਜ ਕਿਰਪਾ ਕਰਨ, ਗੁਰੂ ਵੱਲੋਂ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਸੇ ਪਵਿੱਤਰ ਅਸਥਾਨ ਦੇ ਉੱਪਰ ਸਤਿਕਾਰਯੋਗ ਮਾਤਾ ਗੰਗਾ ਜੀ ਦੀ ਭੈਣ ਨੂੰ ਉਹ ਉਪਦੇਸ਼ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ।
मैं समझदा हाँ साडे जीवन का भला हो सकता है। गुरसिखो गुरु वाले बनीए, अमृत छकीए, गुरु ग्रंथ साहिब जी नूं अपना गुरु मनीए, दमियां पखंडियां का त्याग कर करके नाम बाणी सिमरन दे नाल जुड़िए, जिस दे नाल जीवन का भला होवेगा। अंत समय दे विच सरबत संगत नूं धन गुरु गुरु अर्जन देव महाराज साहिब जी दे विआह पुरब दीआं लख लख वधाइयां, कोटान कोट शुक्र धन्नवाद। श्री गुरु ग्रंथ साहिब महाराज सच्चे पातशाह जी का, जिन्हां दे आसरे बुलाया बोली तेरा, तू साहिब गुनी गहेरा। आप सरबत संगतां दा सत्कारयोग भाई दविंदर सिंह जी सोढे, जिन्हां नूं बेनती की सी भाई कुलवंत सिंह जी इटली वालियां ने, उन्होंने बेनती प्रवान करके आप सरबत संगत के दर्शन कराए। सरबत संगत का भाई साहब जी का धन्नवाद। असीस बख्शदे हुए आखो जी वाहिगुरु जी का खालसा वाहिगुरु जी की फतेह।